बहुत मिलापड़ा बच्चा सी। ਮਹੱਲੇ ਸਾਡੇ 'ਚ ਕੋਈ ਅੱਜ ਤੱਕ ਜਿਹੜਾ ਹੈ ਕੋਈ ਉਹਨੇ ਕੋਈ ਕਿਸੇ ਬੱਚੇ ਨਾਲ ਵੀ ਨਹੀਂ ਲੜਿਆ ਔਰ ਲੋਕਾਂ 'ਚ ਪਿਆਰ ਸੀ, ਹਰੇਕ ਦੀ ਰਿਸਪੈਕਟ ਕਰਦਾ ਸੀਗਾ ਔਰ ਬਾਹਰੋਂ ਸੁਣਦੇ ਰਹੇ ਮੀਡੀਆ ਵਿੱਚੋਂ। ਫਿਰੋਜ਼ਪੁਰ 'ਚ ਅਜੇ ਵੀ ਕੋਈ ਉਹਦਾ ਨਾਂ ਜਿਹੜਾ ਕਿਤੇ ਵੀ ਨਹੀਂ ਹੈ। ਅੱਜ ਕੋਈ ਜੈਪਾਲ ਚਲਾ ਗਿਆ ਸੰਸਾਰ ਤੋਂ, ਉਹ ਨਵੇਂ ਪੈਦਾ ਹੋ ਜਾਣਗੇ। ਤਾਂ ਇਹਨੂੰ ਰੋਕਣ ਦੇ ਲਈ ਇੱਕੋ ਹੀ ਹੈ ਕਿ ਕਾਉਂਸਲਿੰਗ ਕੀਤੀ ਜਾਵੇ ਔਰ ਸੈਕੰਡਲੀ ਹੈ ਕਿ ਸ਼ੋਰਟੀ ਹੋਣੀ ਚਾਹੀਦੀ ਹੈ ਵੀ ਕਮ ਸੇ ਕਮ ਜਿਹੜਾ ਹੈ ਉਹਨੂੰ ਸਰਵਿਸ ਤਾਂ ਮਿਲੇ, ਰੁਜ਼ਗਾਰ ਤਾਂ ਮਿਲਣਾ ਚਾਹੀਦਾ। ਗੌਰਮੈਂਟ ਸੋਰਸ ਕ੍ਰੀਏਟ ਕਰੇ। ਜੇ ਸਮਾਜ ਦੇ ਅੱਗੇ ਉਸੇ ਆਦਮੀ ਨੂੰ ਅਰੈਸਟ ਕਰਕੇ ਸਮਾਜ ਦੇ ਅੱਗੇ ਲਿਆਂਦਾ ਜਾਵੇ, ਅਦਾਲਤ ਉਹਨੂੰ ਸਜ਼ਾ ਦੇਵੇ, ਤਾਂ ਦੂਜਾ ਵੀ ਸੁਧਰ ਸਕਦਾ ਹੈ। ਔਰ ਅਚਾਨਕ ਜਦੋਂ ਇੱਕ ਸ਼ੌਕ ਲੱਗਦਾ, ਜਦੋਂ ਅਚਾਨਕ ਜਿਹੜਾ ਆਦਮੀ ਖਬਰ ਸੁਣਦਾ, ਮਹੱਲੇ ਸਾਰੇ ਵਿੱਚ ਹੀ ਅਫਸੋਸ ਹੈ ਕਿਉਂਕਿ ਉਹ ਸੋਚਦੇ ਵੀ ਆਪਣਾ ਇਹਨਾਂ ਦੇ ਫਾਦਰ ਦਾ ਅੱਛੀ ਨੇਚਰ ਸੀ, ਮਦਰ ਦੀ ਸੀ। ਕਿਉਂਕਿ ਸ਼ਰਮਾਕਲ ਹੀ ਇੰਨਾ ਸੀਗਾ, ਗਲੀ ਵਿੱਚ ਕਦੇ ਨਹੀਂ ਉਹ ਆਮ ਜਿਹੜੇ ਜਿਸ ਤਰ੍ਹਾਂ ਮੁੰਡੇ ਫਿਰਦੇ ਬੁਲਟ 'ਤੇ ਪਟਾਕੇ ਚਲਾਉਂਦੇ, ਇਸ ਤਰ੍ਹਾਂ ਦਾ ਬੱਚਾ ਨਹੀਂ ਸੀ ਹੈਗਾ। ਅਸੀਂ ਜੇ ਕਹੀਏ ਬਿਲਡਿੰਗਾਂ ਨੂੰ ਰੰਗ ਕਰਕੇ, ਪੇਂਟ ਕਰਕੇ ਜੇ ਉਹਨੂੰ ਕੁਝ ਬਣਾ ਦਈਏ, ਸਮਾਰਟ ਸਕੂਲ ਨਹੀਂ ਬਣਦੇ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਸਿਮਰਨਜੀਤ ਸਿੰਘ। ਜੈਪਾਲ ਭੁੱਲਰ ਦਾ ਇਨਕਾਊਂਟਰ ਹੋਇਆ। ਜੈਪਾਲ ਭੁੱਲਰ ਦੇ ਬਾਅਦ ਹੋਰ ਮੁੱਦੇ ਜਿਹੜੇ ਆ ਗਰਮਾਏ ਹੋਏ ਨੇ। ਆਖਰ ਮੁੰਡੇ ਇਹਨਾਂ ਰਾਹਾਂ ਤੇ ਕਿਵੇਂ ਤੁਰ ਪਏ, ਆਖਰ ਇਹਨਾਂ ਨੂੰ ਕੌਣ ਇਹਨਾਂ ਰਾਹਾਂ ਦੇ ਉੱਤੇ ਤੋਰਦਾ ਹੈ, ਇਸ ਦੇ ਉੱਤੇ ਲਗਾਤਾਰ ਜੋ ਹੈ ਹੁਣ ਡਿਬੇਟਸ ਹੋ ਰਹੀਆਂ ਨੇ। ਜੋ ਨਵੇਂ ਮੁੰਡੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਜ਼ੁਰਮ ਦੇ ਰਾਹ ਪੈਣ ਤੋਂ। ਮੇਰੇ ਨਾਲ ਸੀਨੀਅਰ ਪੱਤਰਕਾਰ ਜਸਮਿੰਦਰ ਸਿੰਘ ਸੰਧੂ ਨੇ, ਜੈਪਾਲ ਦੇ ਗਵਾਂਢੀ ਵੀ ਨੇ, ਤਾਂ ਗੱਲਬਾਤ ਕਰਾਂਗੇ ਇਹਨਾਂ ਦੇ ਨਾਲ। ਸੰਧੂ ਸਾਹਿਬ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ। ਥੈਂਕ ਯੂ। ਸੰਧੂ ਸਾਹਿਬ, ਜੈਪਾਲ ਦੇ ਫਾਦਰ ਸਾਹਿਬ ਤੁਹਾਡੇ ਗਵਾਂਢੀ ਰਹੇ ਨੇ, ਨਾਲ ਨੇੜੇ ਤੁਹਾਡਾ ਘਰ ਆ। ਮੈਂ ਪੁੱਛਣਾ ਚਾਹੂੰ ਪਹਿਲਾਂ ਵੀ ਕਿੱਦਾਂ ਦਾ ਮੁੰਡਾ ਸੀ, ਤੁਸੀਂ ਕੀ ਅਨੁਭਵ ਕੀਤਾ ਉਹਨੂੰ ਦੇਖਦਿਆਂ? ਬਹੁਤ ਮਿਲਾਪੜਾ ਬੱਚਾ ਸੀ। ਮਹੱਲੇ ਸਾਡੇ 'ਚ ਕੋਈ ਅੱਜ ਤੱਕ ਜਿਹੜਾ ਹੈ ਕੋਈ ਉਹਨੇ ਕੋਈ ਕਿਸੇ ਬੱਚੇ ਨਾਲ ਵੀ ਨਹੀਂ ਲੜਿਆ। ਹਾਂਜੀ। ਔਰ ਲੋਕਾਂ 'ਚ ਪਿਆਰ ਸੀ, ਹਰੇਕ ਦੀ ਰਿਸਪੈਕਟ ਕਰਦਾ ਸੀਗਾ ਔਰ ਬਾਹਰੋਂ ਸੁਣਦੇ ਰਹੇ ਮੀਡੀਆ ਵਿੱਚੋਂ। ਫਿਰੋਜ਼ਪੁਰ 'ਚ ਅਜੇ ਵੀ ਕੋਈ ਉਹਦਾ ਨਾਂ ਜਿਹੜਾ ਕਿਤੇ ਵੀ ਨਹੀਂ ਹੈ। ਹਾਂਜੀ। ਔਰ ਹਾਲਾਤਾਂ ਨੇ ਕਈ ਵਾਰ ਹੁੰਦਾ, ਹਾਲਾਤ ਜਿਹੜੇ ਆ ਸੁਸਾਇਟੀ ਸਾਡੀ ਜਿਹੜੀ ਆ ਉਹਨੂੰ ਸਾਈਡ 'ਤੇ ਲੈ ਜਾਂਦੀ, ਜਾਂ ਸਾਡੀ ਗੌਰਮੈਂਟ ਆ। ਗੌਰਮੈਂਟ ਦੇ ਅੱਛਾ ਜਿਹੜਾ ਐਜੂਕੇਸ਼ਨ ਸਿਸਟਮ ਨਹੀਂ ਚੰਗਾ, ਵੋਕੇਸ਼ਨਲ ਸਟੱਡੀ ਨਹੀਂ ਹੈ, ਸਿਰਫ ਡਿਗਰੀਆਂ ਲੈਣ ਵਾਲੀ ਸਟੱਡੀ ਆ। ਔਰ ਇਹਦੇ ਵਿੱਚ ਜਿਹੜਾ ਇਹ ਜਦੋਂ ਆਦਮੀ ਨੂੰ ਸਰਵਿਸ ਨਹੀਂ ਮਿਲਦੀ ਜਾਂ ਕੋਈ ਅਚੀਵਮੈਂਟ ਚਾਹੁੰਦਾ ਬੱਚਾ ਨਹੀਂ ਮਿਲਦਾ, ਉਹਨੂੰ ਚੰਗੀ ਤਰ੍ਹਾਂ ਮੋਟੀਵੇਟ ਨਹੀਂ ਕੀਤਾ ਜਾਂਦਾ, ਕਾਉਂਸਲਿੰਗ ਨਹੀਂ ਹੁੰਦੀ। ਇਸ ਕਰਕੇ ਬੱਚੇ ਜਿਹੜੇ ਆ ਉਹ ਰਾਹ ਤੋਂ ਕਈ ਵਾਰ ਭਟਕ ਜਾਂਦੇ ਆ। ਤੁਸੀਂ ਇੱਕ ਵਿੱਦਿਅਕ ਅਦਾਰਾ ਵੀ ਚਲਾਉਂਦੇ ਹੋ, ਕੀ ਲੱਗਦਾ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਵਿੱਦਿਅਕ ਢਾਂਚਾ ਜੋ ਆ ਮਜ਼ਬੂਤ ਨਹੀਂ ਆ? ਇੱਕ ਪਾਸੇ ਤਾਂ ਪੰਜਾਬ ਨੂੰ A+ ਜਿਹੜਾ ਗ੍ਰੇਡ ਸੈਂਟਰ ਦੇ ਰਿਹਾ, ਕੈਪਟਨ ਅਮਰਿੰਦਰ ਸਿੰਘ ਕਹਿ ਰਹੇ ਆ ਕਿ ਪੰਜਾਬ ਦਾ ਵਿੱਦਿਅਕ ਢਾਂਚਾ ਬਹੁਤ ਵਧੀਆ, ਪਰ ਬੱਚੇ ਇਹਨਾਂ ਰਾਹਾਂ 'ਤੇ ਫਿਰ ਕਿਵੇਂ ਪੈ ਰਹੇ ਆ? ਕੀ ਕਾਰਨ ਨੇ? ਵਿੱਦਿਅਕ ਢਾਂਚੇ ਦੀ ਵੀ ਇੱਕ ਕਮਜ਼ੋਰੀ ਹੈ ਸਾਡੇ ਜੀ। ਕੰਪਿਊਟਰਾਈਜੇਸ਼ਨ ਦਾ ਯੁੱਗ ਆ, ਡਾਟਾ 'ਚ ਸਾਰੀ ਹੇਰਾਫੇਰੀ ਆ। ਅਸੀਂ ਜੇ ਕਹੀਏ ਬਿਲਡਿੰਗਾਂ ਨੂੰ ਰੰਗ ਕਰਕੇ, ਪੇਂਟ ਕਰਕੇ ਜੇ ਉਹਨੂੰ ਕੁਝ ਬਣਾ ਦਈਏ, ਸਮਾਰਟ ਸਕੂਲ ਨਹੀਂ ਬਣਦੇ। ਜਿੰਨਾ ਚਿਰ ਤੱਕ ਬੱਚੇ ਨੂੰ ਵੋਕੇਸ਼ਨਲ ਪ੍ਰੋਫੈਸ਼ਨਲ ਸਟੱਡੀ ਨਹੀਂ ਕਰਾਈ ਜਾਂਦੀ, ਉਹਨਾਂ ਚਿਰ ਤੱਕ ਬੱਚੇ ਦਾ ਫਿਊਚਰ ਨਹੀਂ ਹੈਗਾ। ਜੇ ਅਸੀਂ ਸਮੇਂ ਦਾ ਹਾਣੀ ਬਣਾਉਣਾ ਹੈ, ਨਵੀਂ ਟੈਕਨੋਲੋਜੀ ਨਾਲ ਜੋੜਨਾ ਹੈ, ਇਕੱਲੇ ਕੰਪਿਊਟਰ ਟੈਕਨੋਲੋਜੀ ਨਾਲ ਜੁੜੇਗਾ ਜਿੰਨਾ ਚਿਰ ਤੱਕ ਅਸੀਂ ਉਹਨੂੰ ਪ੍ਰੈਕਟੀਕਲ ਸਟੱਡੀ ਨਹੀਂ ਕਰਾਉਂਦੇ। ਪ੍ਰੈਕਟੀਕਲ ਸਟੱਡੀ ਸਾਡੀ ਘਾਟ ਹੈ। ਇਸੇ ਕਰਕੇ ਬੱਚੇ ਜਿਹੜੇ ਆ ਉਹ ਡਿਗਰੀਆਂ ਤਾਂ ਲੈ ਲੈਂਦੇ ਆ, ਅੱਗੋਂ ਉਹਨਾਂ ਦੀ ਕੋਈ ਵੈਲਿਊ ਨਹੀਂ ਬਣਦੀ। ਪ੍ਰਾਈਵੇਟ ਉਹ ਸਰਵਿਸ ਦੇ ਐਲੀਜੀਬਲ ਨਹੀਂ ਹੁੰਦੇ, ਗੌਰਮੈਂਟ ਉਹਨਾਂ ਨੂੰ ਸਰਵਿਸ ਦਿੰਦੀ ਨਹੀਂ। ਗੀ ਜਦੋਂ ਗੌਰਮੈਂਟ ਸਰਵਿਸ ਦੇ ਮੌਕੇ ਦੇਵੇ, ਮੌਕੇ ਮਿਲਣ, ਅਤੇ ਬੱਚੇ ਕਦੇ ਵੀ ਰਾਹ ਤੋਂ ਨਹੀਂ ਭਟਕਦੇ। ਜਾਂ ਉਹਨਾਂ ਨੂੰ ਟ੍ਰੇਨਿੰਗ ਇਸ ਤਰ੍ਹਾਂ ਦੀ ਦਿੱਤੀ ਜਾਵੇ ਕਿ ਉਹ ਆਪਣਾ ਪ੍ਰੋਫੈਸ਼ਨ ਸਟਾਰਟ ਕਰ ਲੈਣ, ਬਿਜ਼ਨਸ ਸਟਾਰਟ ਕਰ ਲੈਣ, ਬੈਂਕਿੰਗ ਲੋਨ ਦੇਵੇ, ਸਟੈਬਲਿਸ਼ ਹੋ ਸਕਦੇ ਆ। ਪਰ ਜੇ ਸਟੈਬਲਿਸ਼ ਵੀ ਹੋ ਜਾਣਗੇ, ਜੇ ਗੌਰਮੈਂਟ ਜਿਹੜੀ ਆ ਸਮਾਨ ਤਾਂ ਉਹਨੂੰ ਦੇ ਦੂਗੀ, ਪਰ ਉਹਦੀ ਸਮਾਨ ਦੇ ਕੇ ਚੁੱਕਿਆ ਨਹੀਂ ਜਾਣਾ। ਉਸ ਕਰਕੇ ਜਿਹੜਾ ਹੈ ਉਹ ਸਾਡੇ ਜਿਹੜਾ ਮਾਰਕੀਟਿੰਗ ਸਿਸਟਮ ਵੀ ਨਹੀਂ ਚੰਗਾ। ਮਾਰਕੀਟਿੰਗ ਸਿਸਟਮ ਜਿਹੜਾ ਹੈ ਅਪ ਟੂ ਡੇਟ ਹੋਵੇ, ਟੈਕਨੋਲੋਜੀ ਦੇ ਨਾਲ ਜੁੜਿਆ ਹੋਵੇ, ਤਾਂ ਹੀ ਸ਼ਾਇਦ ਪੰਜਾਬ ਦਾ ਭਵਿੱਖ ਸੁਧਰ ਸਕਦਾ ਹੈ। ਔਰ ਇਸੇ ਕਰਕੇ ਸਾਡੇ ਬੱਚੇ ਜਿਹੜੇ ਆ ਫੋਰਨ ਜਾ ਰਹੇ ਆ। ਮਾਈਗ੍ਰੇਸ਼ਨ ਤਾਂ ਹੀ ਹੋ ਰਹੀ ਆ ਕਿਉਂਕਿ ਸਾਡਾ ਜਿਹੜਾ ਹੈ ਮਾਰਕੀਟਿੰਗ ਸਿਸਟਮ ਨਹੀਂ ਚੰਗਾ, ਪ੍ਰੋਫੈਸ਼ਨਲ ਸਾਡੀ ਸਟੱਡੀ ਨਹੀਂ ਅੱਛੀ। ਅਸੀਂ ਸਿਰਫ ਜਿਹੜਾ ਹੈ ਉਹ ਡਿਗਰੀਆਂ ਲੈਣ ਲਈ ਸਟੱਡੀ ਕਰ ਰਹੇ ਹਾਂ ਔਰ ਬੱਚੇ ਜਿਹੜੇ ਆ ਉਹਨਾਂ ਨੂੰ ਆਪਣਾ ਫਿਊਚਰ ਨਹੀਂ ਦਿਖਦਾ। ਔਰ ਇਸੇ ਕਰਕੇ ਕਈ ਬੱਚੇ ਜਿਹੜੇ ਆ ਗਲਤ ਰਾਹ 'ਤੇ ਤੁਰ ਜਾਂਦੇ ਆ। ਜਿਸ ਤਰ੍ਹਾਂ ਕਿ ਜੈਪਾਲ ਭੁੱਲਰ ਵਿਚਾਰੇ ਬੱਚੇ ਦਾ ਅੰਤ ਹੋਇਆ। ਬੱਚਾ ਕੋਈ ਮਾੜਾ ਨਹੀਂ ਹੁੰਦਾ। ਹਰੇਕ ਮਾਂ ਜਿਹੜੀ ਆ ਉਹ ਬੱਚੇ ਨੂੰ ਵਧੀਆ ਜੰਮਦੀ ਆ। ਮਾਂ ਦੀ ਕੋਸ਼ਿਸ਼ ਹੁੰਦੀ ਹੈ ਹਮੇਸ਼ਾ ਬੱਚਾ ਜਿਹੜਾ ਉਹ ਬਹੁਤ ਵਧੀਆ ਹੋਵੇ, ਲੋਕਾਂ 'ਚ ਉਹਦਾ ਰਿਸਪੈਕਟ ਬਣੇ। ਮਾਂ ਜਿਉਂਦੀ ਇਸੇ ਕਰਕੇ ਆ। ਪਰ ਜਦੋਂ ਹਾਲਾਤ ਜਿਹੜੇ ਕ੍ਰੀਏਟ ਹੋ ਜਾਣ,
ਉਦੋਂ ਮਾਂ ਪਿਓ ਦਾ ਕੋਈ ਵਸ ਨਹੀਂ ਚੱਲਦਾ। ਸੰਧੂ ਸਾਹਿਬ, ਪੁਲਿਸ ਆਖ ਰਹੀ ਆ ਕਿ ਵੱਡਾ ਗੈਂਗਸਟਰ ਸੀ, ਕਈ ਕੇਸਾਂ ਦੇ ਵਿੱਚ ਲੋੜੀਂਦਾ ਸੀਗਾ। ਤੁਸੀਂ ਕਿਹਾ ਕਿ ਮਲਾਪੜੇ ਸੁਭਾਅ ਦਾ ਬੱਚਾ ਸੀ ਜਦੋਂ ਛੋਟਾ ਹੁੰਦਾ ਸੀ। ਤੁਸੀਂ ਪ੍ਰਿੰਟ ਦੇ ਵਿੱਚ ਲੰਮਾ ਸਮਾਂ ਕੰਮ ਕੀਤਾ, ਸੀਨੀਅਰ ਪੱਤਰਕਾਰ ਹੋ। ਕਦੇ ਅਜਿਹੀਆਂ ਖਬਰਾਂ ਆਈਆਂ ਨੇ ਜੈਪਾਲ ਬਾਰੇ? ਫਿਰੋਜ਼ਪੁਰ ਦੀ ਜੇ ਗੱਲ ਕਰੀਏ, ਫਿਰੋਜ਼ਪੁਰ ਦੇ ਵਿੱਚ ਕਿੱਦਾਂ ਦਾ ਸੀ ਜੈਪਾਲ ਬਾਰੇ? ਕਦੇ ਅਜਿਹੀਆਂ ਖਬਰਾਂ ਆਈਆਂ ਨੇ ਬਾਹਰ ਵੀ ਕੋਈ ਕ੍ਰਾਈਮ ਵੱਡਾ ਕੀਤਾ ਹੋਵੇ ਜੈਪਾਲ ਨੇ, ਜਾਂ ਇੱਦਾਂ ਦਾ ਕੁਛ? ਨਹੀਂ, ਫਿਰੋਜ਼ਪੁਰ 'ਚ ਕੋਈ ਇਸ ਤਰ੍ਹਾਂ ਦਾ ਨਹੀਂ ਸੀਗਾ। ਫਿਰੋਜ਼ਪੁਰ ਤਾਂ ਜਿਹੜੇ ਉਹਦੇ ਜਿਹੜੇ ਸਾਥੀ ਰਹੇ ਆ, ਜਿਹਨਾਂ ਸਕੂਲਾਂ 'ਚੋਂ ਪੜ੍ਹਿਆ, ਸਾਰੇ ਅੱਜ ਉਹਦੀ ਤਾਰੀਫ ਕਰ ਰਹੇ ਆ, ਪਹਿਲਾਂ ਵੀ ਤਾਰੀਫ ਕਰਦੇ ਸੀਗੇ। ਫਿਰੋਜ਼ਪੁਰ 'ਚ ਉਹਨੇ ਕੋਈ ਮਿਸਹੈਪਨਿੰਗ ਨਹੀਂ ਕੀਤੀ, ਔਰ ਬੜੇ ਸਾਲਾਂ ਦਾ ਸਾਨੂੰ ਦਿਸਿਆ ਹੀ ਨਹੀਂਗਾ, ਕਿਉਂਕਿ ਸ਼ਰਮਾਕਲ ਹੀ ਇੰਨਾ ਸੀਗਾ। ਗਲੀ ਵਿੱਚ ਕਦੇ ਨਹੀਂ ਉਹ ਆਮ ਜਿਹੜੇ ਜਿਸ ਤਰ੍ਹਾਂ ਮੁੰਡੇ ਫਿਰਦੇ ਬੁਲਟ 'ਤੇ ਪਟਾਕੇ ਚਲਾਉਂਦੇ, ਇਸ ਤਰ੍ਹਾਂ ਦਾ ਕੋਈ ਬੱਚਾ ਨਹੀਂ ਸੀ ਹੈਗਾ ਉਹ। ਫਿਰ ਕਿਉਂ ਲੱਗਦਾ ਵੀ ਤੁਸੀਂ ਕਹਿ ਰਹੇ ਹੋ ਵੀ ਬੜੇ ਮਿਲਾਪੜੇ ਸੁਭਾਅ ਦਾ ਸੀ? ਪਰਿਵਾਰ ਕਹਿ ਰਿਹਾ ਕਿ ਸ਼ਾਟਪੁੱਟ ਦਾ ਵਧੀਆ ਖਿਡਾਰੀ ਸੀ, ਨੈਸ਼ਨਲ ਲੈਵਲ 'ਤੇ ਖੇਡ ਕੇ ਆਇਆ। ਸੋ ਜ਼ਿਆਦਾਤਰ ਜਿਹੜੇ ਸਪੋਰਟਸਮੈਨ ਹੁੰਦੇ ਆ, ਸਪੋਰਟਸਮੈਨ ਨੂੰ ਜਿਹੜਾ ਆ ਸਪੋਰਟਸ ਸਿਖਾਉਂਦਾ ਕਿ ਇੱਕ ਦੂਜੇ ਨਾਲ ਮਿਲ ਕੇ ਰਹਿਣਾ। ਤੁਸੀਂ ਕਹਿ ਵੀ ਰਹੇ ਹੋ ਮਿਲਾਪੜੇ ਸੁਭਾਅ ਦਾ ਸੀ, ਫਿਰ ਜੁਰਮ ਦੀ ਦੁਨੀਆ ਦੇ ਉੱਤੇ ਸਪੋਰਟਸਮੈਨ ਵੀ ਕਿਵੇਂ ਆ ਜਾਂਦੇ ਨੇ? ਕਈ, ਜਿਵੇਂ ਵਿੱਕੀ ਗੌਂਡਰ ਦੀ ਗੱਲ ਕਰੀਏ, ਉਹ ਵੀ ਸਪੋਰਟਸਮੈਨ ਸੀ, ਸ਼ੇਰਾ ਖੁੱਪਣ ਵੀ ਸਪੋਰਟਸਮੈਨ ਸੀ। ਫਿਰ ਅਜਿਹਾ ਕਿਉਂ ਹੁੰਦਾ? ਕੀ ਕਾਰਨ ਨੇ? ਸਪੋਰਟਸਮੈਨ ਜਿਹੜੇ ਆ ਉਹਨਾਂ ਨੂੰ ਸਕਿੱਲ ਸਿਖਾਏ ਜਾਂਦੇ ਆ, ਪੂਰੇ ਆਪਣੇ ਆਪ 'ਚ ਉਹ ਮੋਟੀਵੇਟ ਹੁੰਦੇ ਆ, ਐਕਟਿਵ ਹੁੰਦੇ ਆ। ਔਰ ਹਰੇਕ ਸਪੋਰਟਸਮੈਨ ਕੋਈ ਇਸ ਤਰ੍ਹਾਂ ਦਾ ਨਹੀਂ ਉਹ ਚਾਹੁੰਦਾ ਵੀ ਮੈਂ ਅੱਗੇ ਪ੍ਰੋਗਰੈਸ ਕਰਾਂ, ਮੈਨੂੰ ਦੁਨੀਆ ਦੇ ਵਿੱਚ ਮੈਂ ਸ਼ਾਈਨ ਕਰਾਂ। ਜਦੋਂ ਮੌਕੇ ਸਹੀ ਨਹੀਂ ਮਿਲਦੇ, ਸਾਡੇ ਵਿੱਚ ਜਸਟਿਸ ਨਹੀਂ ਮਿਲਦਾ, ਅੱਛੀ ਤਰ੍ਹਾਂ ਸਿਲੈਕਸ਼ਨ ਨਹੀਂ ਹੁੰਦੀ, ਸਿਲੈਕਸ਼ਨ ਕਰਨ ਜਿਹੜਾ ਆਦਮੀ ਰਸਤੇ ਤੋਂ ਭਟਕ ਜਾਂਦਾ, ਕਿਉਂਕਿ ਉਹਦੇ ਵਿੱਚ ਜਿਹੜੀ ਐਨਰਜੀ ਪੈਦਾ ਹੋ ਚੁੱਕੀ ਆ, ਐਨਰਜੀ ਉਹ ਚੰਗੇ ਪਾਸੇ ਲਾ ਲੇ, ਇਹ ਗੌਰਮੈਂਟ ਦਾ ਕੰਮ ਆ, ਜਾਂ ਉਹ ਸਹੀ ਪਾਸੇ ਲਾ ਲੇ। ਔਰ ਦੂਸਰੀ ਸਾਡੀ ਸੁਸਾਇਟੀ ਆ, ਸੁਸਾਇਟੀ ਦਾ ਬਹੁਤ ਵੱਡਾ ਰੋਲ ਹੈ। ਸੁਸਾਇਟੀ ਉਹਨੂੰ ਜਿਹੜਾ ਅੱਛੇ ਪਾਸੇ ਵੀ ਲਾ ਸਕਦੀ ਐਨਰਜੀ ਨੂੰ, ਸਮਝ ਗਏ। ਬਾਹਰਲੇ ਮੁਲਕਾਂ ਦੇ ਵਿੱਚ ਹੈਗੇ ਕੰਪੀਟੀਸ਼ਨ ਹੁੰਦੇ ਆ, ਪ੍ਰਾਈਵੇਟ ਬਾਡੀ ਦੇ ਕੰਪੀਟੀਸ਼ਨ ਹੁੰਦੇ ਆ, ਉਹਨਾਂ ਨੂੰ ਇੰਪਲਾਈ ਰੱਖਦੀ ਆ, ਪਰ ਸਾਡੇ ਇੱਥੇ ਕੋਈ ਇਸ ਤਰ੍ਹਾਂ ਦਾ ਨਹੀਂ ਹੈਗਾ। ਔਰ ਅਫਸੋਸ ਹੈ ਕਿ ਗਵਰਨਮੈਂਟ ਦੇ ਕੋਟੇ ਵੀ ਸਪੋਰਟਸ ਦੇ ਕਿੰਨੇ ਖਾਲੀ ਪਈਆਂ ਸੀਟਾਂ, ਕੋਈ ਫਿਲਅਪ ਨਹੀਂ ਹੁੰਦੀਆਂ ਹੈਗੀਆਂ। ਇਹ ਹੀ ਇਸ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ। ਜੈਪਾਲ ਨੂੰ ਤੁਸੀਂ ਛੋਟੇ ਹੁੰਦੇ ਨੂੰ ਦੇਖਿਆ, ਤੁਹਾਡੇ ਗਲੀ ਦੇ ਵਿੱਚ, ਤੁਹਾਡੇ ਮੁਹੱਲੇ ਦੇ ਵਿੱਚ ਖੇਡਦਾ ਰਿਹਾ ਉਹ। ਕੀ ਕਾਰਨ ਬਣੇ, ਜਾਂ ਕੀ ਤੁਸੀਂ ਕਿਹਾ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ, ਜਾਂ ਬੱਚਾ ਜਦੋਂ ਬਾਹਰ ਗਿਆ, ਘਰੋਂ ਬਾਹਰ ਨਿਕਲਿਆ, ਸੰਗਤ ਉਹੋ ਜਿਹੀ ਹੋ ਜਾਂਦੀ ਆ ਵੀ ਇਹਨਾਂ ਰਾਹਾਂ 'ਤੇ ਕਿਵੇਂ ਤੁਰ ਪਿਆ ਉਹ? ਨਹੀਂ, ਫਿਰੋਜ਼ਪੁਰ 'ਚ ਤਾਂ ਇਸ ਤਰ੍ਹਾਂ ਕੋਈ ਉਹਦਾ ਸਾਥੀ ਨਹੀਂ ਸੀਗਾ ਜੇ ਅਸੀਂ ਕਈ ਉਹਦੇ ਨਾਲ ਰਲ ਗਿਆ। ਬਾਹਰ ਜਦੋਂ ਬੱਚੇ ਜਾਂਦੇ ਹੁਣ ਟੂਰਨਾਮੈਂਟ ਲਈ ਚਲੇ ਗਏ, ਜਾਂ ਕੋਈ ਹਾਇਰ ਸਟੱਡੀ ਲਈ ਚਲੇ ਜਾਂਦੇ ਆ, ਉੱਥੋਂ ਕਿਸ ਤਰ੍ਹਾਂ ਸੋਸਾਇਟੀ ਮਿਲਦੀ ਹੈ, ਉਹ ਇਨਵਾਇਰਨਮੈਂਟ ਕ੍ਰੀਏਟ ਹੁੰਦਾ ਹੈ। ਔਰ ਕਈ ਵਾਰੀ ਆਦਮੀ ਅੱਛੇ ਪਾਸੇ ਵੀ ਚਲਾ ਜਾਂਦਾ ਹੈ, ਔਰ ਕਈ ਵਾਰੀ ਉਹ ਜੀਵਨ ਆਪਣਾ ਜਿਹੜਾ ਖਤਮ ਕਰ ਲੈਂਦਾ। ਔਰ ਮਾਂ ਪਿਓ ਦੇ ਮੱਥੇ 'ਤੇ ਇੱਕ ਜਿਹੜਾ ਹੈ ਉਹ ਕਲੰਕ ਲੱਗ ਜਾਂਦਾ ਹੈ। ਵਾਰ-ਵਾਰ ਜਿਹੜੇ ਉਹ ਸਾਰਾ ਦਿਨ ਪਛਤਾਵਾ ਉਹਨਾਂ ਕੋਲ ਰਹਿੰਦਾ, ਪਛਤਾਵੇ ਤੋਂ ਸਿਵਾ ਕੁਛ ਨਹੀਂ ਹੁੰਦਾ ਗਾ। ਮਾਂ ਪਿਓ ਦੇ ਲਈ ਤਾਂ ਦੁੱਖ ਹੁੰਦਾ ਹੀ ਆ, ਕਿਉਂਕਿ ਧੀਆਂ ਪੁੱਤ ਚਾਹੇ ਜਿਹੋ ਜਿਹੀ ਮਰਜ਼ੀ ਹੁਣ, ਮਾਂ ਪਿਓ ਨੂੰ ਦੁੱਖ ਲੱਗਦਾ ਜਦੋਂ ਉਹ ਚਲੇ ਜਾਂਦੇ ਨੇ। ਜੈਪਾਲ ਨੂੰ ਤੁਸੀਂ ਦੇਖਿਆ, ਤੁਹਾਡੀ ਗਲੀ ਦੇ ਵਿੱਚ ਖੇਡਦਾ ਰਿਹਾ। ਪਰਸੋਂ ਜਦੋਂ ਇਨਕਾਊਂਟਰ ਦੀ ਖਬਰ ਤੁਸੀਂ ਸੁਣੀ, ਕੀ ਲੱਗਿਆ ਤੁਹਾਨੂੰ? ਤੁਹਾਡੇ ਦਿਮਾਗ 'ਚ ਵੀ ਕੋਈ ਗੱਲ ਆਈ ਹੋਣੀ ਆ ਵੀ ਜਿਹੜਾ ਬੱਚਾ ਖੇਡਦਾ ਹੁੰਦਾ ਸੀ ਗਲੀ 'ਚ, ਤੁਸੀਂ ਕਿਹਾ ਵੀ ਮਿਲਾਪੜੇ ਸੁਭਾਅ ਦਾ ਸੀਗਾ, ਆਖਰ ਇੱਦਾਂ ਕਿਉਂ ਜਾਂ ਕਿਵੇਂ? ਇੱਦਾਂ ਦੇ ਸਵਾਲ ਉੱਠੇ ਕਦੇ ਮਨ 'ਚ? ਨਹੀਂ, ਜੇ ਅਸੀਂ ਪੋਜ਼ੀਟਿਵ ਸੋਚੀਏ ਤਾਂ ਜੇ ਸਮਾਜ ਦੇ ਅੱਗੇ ਉਸੇ ਆਦਮੀ ਨੂੰ ਅਰੈਸਟ ਕਰਕੇ ਸਮਾਜ ਦੇ ਅੱਗੇ ਲਿਆਂਦਾ ਜਾਵੇ, ਅਦਾਲਤ ਉਹਨੂੰ ਸਜ਼ਾ ਦੇਵੇ, ਤਾਂ ਦੂਜਾ ਵੀ ਸੁਧਰ ਸਕਦਾ ਹੈ। ਸਜ਼ਾ ਦੇਣ ਦਾ ਮੌਕਾ ਤਾਂ ਮਿਲਣਾ ਚਾਹੀਦਾ। ਔਰ ਇੰਨਾ ਚਿਰ ਜਿਹੜਾ ਅਸੀਂ ਇਹ ਚੱਲਦਾ ਰਿਹਾ, ਸਿਸਟਮ ਚੱਲਦਾ ਰਿਹਾ, ਔਰ ਅਚਾਨਕ ਜਦੋਂ ਇੱਕ ਸ਼ੌਕ ਲੱਗਦਾ, ਜਦੋਂ ਅਚਾਨਕ ਜਿਹੜਾ ਆਦਮੀ ਖਬਰ ਸੁਣਦਾ, ਮਹੱਲੇ ਸਾਰੇ ਵਿੱਚ ਹੀ ਅਫਸੋਸ ਹੈ, ਕਿਉਂਕਿ ਉਹ ਸੋਚਦੇ ਵੀ ਆਪਣਾ ਇਹਨਾਂ ਦੇ ਫਾਦਰ ਦਾ ਅੱਛੀ ਨੇਚਰ ਸੀ, ਮਦਰ ਦੀ ਸੀ, ਸਮਝ ਗਏ। ਇਸ ਕਰਕੇ ਉਹ ਸੋਚਦੇ ਹਰੇਕ ਨੂੰ ਹੁੰਦਾ ਹੈ, ਕਿਉਂਕਿ ਮਹੱਲੇ 'ਚ ਬੱਚਾ ਪੈਦਾ ਹੋਇਆ ਹੋਵੇ। ਮਾਂ ਪਿਓ ਵੀ ਸਾਰੇ ਚੰਗੇ ਆ, ਚਾਹੇ ਉਹ ਮਾੜਾ ਹੋਵੇ ਜਾਂ ਬੱਚਾ ਚੰਗਾ ਹੋਵੇ, ਉਹਦਾ ਕਿਰਦਾਰ ਚੰਗਾ ਹੋਵੇ ਜਾਂ ਮਾੜਾ ਹੋਵੇ, ਮਾਂ ਪਿਓ ਦੇ ਚੰਗੇ ਹੁੰਦੇ ਆ। ਮਹੱਲਾ ਵੀ ਮਾਂ ਪਿਓ ਹੁੰਦਾ ਹੈ। ਆਂਢ ਗੁਆਂਢ ਜਿਹੜੇ ਹੁੰਦੇ ਆ ਉਹ ਉਹਦੇ ਮਾਪਿਆਂ ਵਰਗੇ ਹੁੰਦੇ ਆ, ਕਿਉਂਕਿ ਮਾਪਿਆਂ ਦੀ ਤਰ੍ਹਾਂ ਉਹਦੀ ਰਿਸਪੈਕਟ ਕਰਦਾ। ਜਿਵੇਂ ਤੁਸੀਂ ਕਿਹਾ ਕਿ ਗ੍ਰਿਫਤਾਰ ਕਰ ਲੈਣੇ ਚਾਹੀਦੇ ਆ, ਚਾਹੇ ਕੋਈ ਵੀ ਮੁਜਰਮ ਹੋਵੇ, ਹੈ ਨਾ, ਉਹਨੂੰ ਗ੍ਰਿਫਤਾਰ ਕਰਕੇ ਸਮਾਜ ਸਾਹਮਣੇ ਪੇਸ਼ ਕਰਨਾ ਚਾਹੀਦਾ, ਕਾਨੂੰਨੀ ਤੌਰ 'ਤੇ ਸਜ਼ਾ ਦੇਣੀ ਬਣਦੀ ਆ। ਕੀ ਲੱਗਦਾ ਗੋਲੀ ਕਿਸੇ ਮਸਲੇ ਦਾ ਹੱਲ ਨਹੀਂ ਆ ਫਿਰ? ਚਾਹੇ ਉਹ ਕਿਸੇ ਗੈਂਗਸਟਰ ਵੱਲੋਂ ਚਲਾਈ ਗੋਲੀ ਹੋਵੇ, ਚਾਹੇ ਉਹ ਪੁਲਿਸ ਦੇ ਇਨਕਾਊਂਟਰ ਜਦੋਂ ਹੁੰਦਾ ਉਦੋਂ ਚਲਾਈ ਗਈ ਗੋਲੀ ਹੋਵੇ, ਲੱਗਦਾ ਗੋਲੀ ਮਸਲੇ ਦਾ ਹੱਲ ਨਹੀਂ ਆ ਫਿਰ? ਗੋਲੀ ਕਿਸੇ ਮਸਲੇ ਦਾ ਹੱਲ ਨਹੀਂ ਹੈ। ਇਹ ਤਾਂ ਹੈ ਜੇ ਤੁਸੀਂ ਉਹਦੀ ਅੱਛੀ ਤਰ੍ਹਾਂ ਕਾਉਂਸਲਿੰਗ ਕੀਤੀ ਜਾਵੇ ਤਾਂ ਹੀ ਉਹਦਾ ਕੋਈ ਹੱਲ ਨਿਕਲ ਸਕਦਾ ਹੈ। ਪਰ ਜੇ ਸਾਡਾ ਸਮਾਜ ਅੱਜ ਤੱਕ ਇਹ ਵਿਗੜਦਾ ਵੀ ਨਾ, ਜੇ ਅਸੀਂ ਉਹਨੂੰ ਸੋਚਦੇ ਵੀ ਇਹ ਗੋਲੀ ਮਸਲੇ ਦਾ ਹੱਲ ਨਹੀਂ ਹੈਗੀ, ਸਮਝ ਗਏ, ਚੰਗੇ ਰਾਹ 'ਤੇ ਵੀ ਅਸੀਂ ਪਾ ਸਕਦੇ ਹਾਂ ਅਤੇ ਅਸੀਂ ਉਹਨੂੰ ਮਾੜੇ ਪਾਸੇ ਵੀ ਲਿਜਾ ਸਕਦੇ ਹਾਂ। ਇਸ ਕਰਕੇ ਗੋਲੀ ਕਿਤੇ ਵੀ ਨਹੀਂ ਹੈ। ਦੇਸ਼ ਇੱਕ ਦੂਜੇ ਨਾਲ ਲੜਦੇ ਆ, ਗੋਲੀ ਉੱਥੇ ਮਸਲੇ ਦਾ ਹੱਲ ਨਹੀਂ ਹੁੰਦਾ ਗਾ। ਬੈਠ ਕੇ ਜਿਹੜਾ ਸਭ ਕੁਛ ਹੁੰਦਾ, ਉਹਦੇ ਤੋਂ ਬਿਨਾਂ ਕੋਈ ਵੀ ਨਹੀਂ ਹੁੰਦਾ। ਸੋਲਿਊਸ਼ਨ ਜਿਹੜਾ ਹਮੇਸ਼ਾ ਬੈਠ ਕੇ ਹੁੰਦਾ, ਸਮਾਜ 'ਚ ਬੈਠ ਜੇ, ਸਰਕਾਰ ਬਿਠਾ ਲੇ, ਪੁਲਿਸ ਐਡਮਿਨਿਸਟ੍ਰੇਸ਼ਨ ਬਿਠਾ ਲੇ,
ਬਿਠਾ ਕੇ ਮਸਲੇ ਦਾ ਹੱਲ ਹੋ ਸਕਦਾ ਹੈ। ਜੇਲ੍ਹਾਂ ਦੇ ਵਿੱਚ ਵੀ ਵੱਡੇ ਵੱਡੇ ਡਰੱਗ ਰੈਕਟਸ ਚੱਲ ਰਹੇ ਆ, ਹਥਿਆਰਾਂ ਦੀ ਸਮਗਲਿੰਗ ਹੁੰਦੀ ਆ, ਜੇਲ੍ਹਾਂ ਦੇ ਵਿੱਚੋਂ ਫੋਨ ਆਉਂਦੇ ਨੇ, ਫਰੌਤੀਆਂ ਮੰਗੀਆਂ ਜਾਂਦੀਆਂ, ਫਿਰ ਕਿੱਥੇ ਕਮੀ ਰਹਿ ਗਈ? ਸਰਕਾਰ ਦਾ ਸਿਸਟਮ ਹੈ ਨਾ ਜੀ, ਕਰਪਸ਼ਨ ਜਿਹੜੀ ਹੈ ਖਤਮ ਹੋ ਜੇ, ਔਰ ਨਾ ਹੀ ਜੇਲ੍ਹ 'ਚ ਕੋਈ ਜਾਵੇ, ਔਰ ਨਾ ਹੀ ਕੁਛ ਬਰਿਆਈ ਹੋਵੇ। ਜੇਲ੍ਹ ਲੋਕਾਂ ਨੂੰ ਸੁਧਾਰਨ ਲਈ ਆ, ਇਹਨੂੰ ਇਸੇ ਕਰਕੇ ਸੁਧਾਰ ਘਰ ਨਾਂ ਦਿੱਤਾ ਗਿਆ ਸੀਗਾ। ਸੁਧਾਰ ਹੋ ਨਹੀਂ ਰਿਹਾ। ਜੇ ਸੁਧਾਰ ਹੋਵੇ, ਕੋਈ ਗੈਂਗਸਟਰ ਜੇਲ੍ਹ 'ਚ ਪੈਦਾ ਹੀ ਨਾ ਹੋਣ, ਜਿਹੜੇ ਮਾੜੇ ਅਨਸਰ ਨੂੰ ਸਮਝਾਇਆ ਵੀ ਜਾ ਸਕਦਾ, ਉਹਨਾਂ ਨੂੰ ਅਲੱਗ ਬੈਰਕਾਂ 'ਚ ਰੱਖਿਆ ਜਾ ਸਕਦਾ। ਪਰ ਜਿਹੜੇ ਹੈ ਗੌਰਮੈਂਟ ਦਾ ਜਿਹੜਾ ਸਿਰਫ ਇਹ ਹੈ ਕਿ ਸਿਰਫ ਇਹ ਸੰਭਾਲ ਕੇ ਰੱਖਣਾ, ਸੁਧਾਰ ਨਹੀਂ ਲਿਆਉਣਾ ਗਾ। ਤੁਸੀਂ ਜਿੱਦਾਂ ਕਹਿ ਰਹੇ ਹੋ ਕਿ ਜੈਪਾਲ ਮਿਲਦਾ ਹੁੰਦਾ ਸੀ, ਮਲਾਪੜੇ ਸੁਭਾਅ ਦਾ ਸੀ, ਛੋਟਾ ਹੁੰਦਾ ਜਦੋਂ ਤੁਹਾਨੂੰ ਮਿਲਦਾ ਹੁੰਦਾ ਸੀ ਗਲੀ ਮੁਹੱਲੇ ਦੇ ਵਿੱਚ, ਸੁਭਾਅ ਕਿੱਦਾਂ ਦਾ ਸੀ, ਕਿਹੋ ਜਿਹੀਆਂ ਗੱਲਾਂ ਕਰਦਾ ਹੁੰਦਾ ਸੀ? ਘਰ ਦੇ ਕਹਿੰਦੇ ਵੀ ਪੁਲਿਸ ਦੇ ਵਿੱਚ ਨੌਕਰੀ ਕਰਨਾ ਚਾਹੁੰਦਾ ਸੀ ਜੈਪਾਲ। ਨਹੀਂ, ਇਸ ਤਰ੍ਹਾਂ ਮੇਰੇ ਨਾਲ ਤਾਂ ਕੋਈ ਨਹੀਂ ਹੋਇਆਗਾ ਵੀ ਮੈਂ ਪੁੱਛਾਂ ਵੀ ਤੂੰ ਕੀ ਤੇ ਫਿਊਚਰ ਤੇਰਾ ਕੀ ਹੈ, ਕੀ ਬਣਨਾ ਚਾਹੁੰਦਾ ਹੈ। ਕਿਉਂਕਿ ਹਰੇਕ ਨੂੰ ਮਾਪੇ ਨੂੰ ਜਿਹੜਾ ਜ਼ਿਆਦਾ ਹੁੰਦਾ ਬੱਚੇ ਨੂੰ ਕਿਸ ਪਾਸੇ ਜਾਣਾ, ਜਾਂ ਬੱਚੇ ਦੇ ਆਪਣੇ ਖਿਆਲਾਤ ਆ। ਬੱਚਾ 10ਵੀਂ 12ਵੀਂ ਤੱਕ ਜਿਹੜਾ ਹੈ ਉਹ ਮਾਪੇ ਦੇ ਡਿਪੈਂਡੈਂਟ ਹੁੰਦਾ ਹੈ। ਉਸ ਉਮਰ ਬੱਚਾ ਯਾਦ ਹੋ ਜਾਂਦਾ ਹੈ, ਬੱਚਾ ਆਪਣੇ ਦੋਸਤਾਂ ਤੋਂ, ਫਰੈਂਡਸ ਤੋਂ, ਸੋਸਾਇਟੀ ਤੋਂ ਦੇਖਦਾ ਫਿਊਚਰ ਉਹਦਾ ਕੀ ਆ। ਮਾਪੇ ਕਦੇ ਫਿਊਚਰ ਤੈਅ ਨਹੀਂ ਕਰ ਸਕਦੇ। ਮਾਪੇ ਫੀਸਾਂ ਦੇ ਸਕਦੇ ਆ, ਪੈਸਾ ਲਾ ਸਕਦੇ ਆ, ਫਿਊਚਰ ਤਾਂ ਬੱਚੇ ਨੇ ਤੈਅ ਕਰਨਾ, ਔਰ ਉਹਦੇ ਜਿਹੜੇ ਆ ਸਾਥੀ ਆ ਉਹੀ ਉਹਨੂੰ ਜਿਹੜਾ ਹੈ ਅਸਲੀ ਗਾਈਡ ਕਰ ਸਕਦੇ, ਅਤੇ ਉਹਦਾ ਫਿਊਚਰ ਜਿਹੜਾ ਵਧੀਆ ਬਣ ਸਕਦਾ। ਆਖਰੀ ਸਵਾਲ ਆ ਮੇਰਾ, ਜੈਪਾਲ ਬੇਸ਼ੱਕ ਇਸ ਦੁਨੀਆ ਦੇ ਵਿੱਚੋਂ ਚਲਿਆ ਗਿਆ, ਉਸਦੇ ਮਾਪੇ ਅਫਸੋਸ ਕਰ ਰਹੇ ਨੇ, ਕਿਉਂਕਿ ਧੀਆਂ ਪੁੱਤ ਸਾਰਿਆਂ ਲਈ ਜਿਹੜੇ ਆ ਉਹ ਹੁੰਦੇ ਨੇ ਕਿ ਸਾਡੀ ਧੀ ਆ, ਸਾਡਾ ਪੁੱਤ ਆ। ਮਾਪਿਆਂ ਨੂੰ ਦੁੱਖ ਹੁੰਦਾ ਜਦੋਂ ਜਾਂਦੇ ਨੇ। ਕੀ ਲੱਗਦਾ ਜਿਹੜੇ ਹੋਰ ਨੌਜਵਾਨ ਨੇ ਜੋ ਇਹਨਾਂ ਰਾਹਾਂ 'ਤੇ ਪਏ ਹੋਏ ਨੇ, ਉਹਨਾਂ ਨੂੰ ਰੋਕਿਆ ਜਾ ਸਕਦਾ, ਜਾਂ ਸਾਡੇ ਪ੍ਰਸ਼ਾਸਨ ਨੂੰ, ਸਾਡੇ ਸਮਾਜ ਨੂੰ ਕੋਸ਼ਿਸ਼ ਕਰਨੀ ਚਾਹੀਦੀ ਉਹਨਾਂ ਨੂੰ ਰੋਕਿਆ ਜਾ ਸਕੇ? ਸਮਾਜ ਨਹੀਂ, ਸਮਾਜ ਦਾ ਕੁਝ ਥੋੜ੍ਹਾ ਬਹੁਤ ਅਸਰ ਹੈ, ਰੋਕ ਸਕਦਾ ਹੈ। ਫਿਰ ਅਸਰ ਕਿਹਦਾ? ਸਰਕਾਰ ਦਾ। ਸਰਕਾਰ ਹੀ ਇੱਕ ਬਿਠਾ ਸਕਦੀ ਹੈ, ਸਰਕਾਰ ਹੀ ਸੋਚ ਸਕਦੀ ਹੈ, ਔਰ ਬੱਚੇ ਨੂੰ ਸਮਝਾ ਸਕਦੀ ਹੈ। ਸਰਕਾਰਾਂ ਨੇ ਤਾਂ ਵੱਡੇ ਵੱਡੇ ਫਲੈਕਸ ਲਾਏ ਹੋਏ ਆ। ਕੈਪਟਨ ਅਮਰਿੰਦਰ ਸਿੰਘ ਨੇ ਕਿ 5000 ਤੋਂ ਵਧੇਰੇ ਜਿਹੜੇ ਗੈਂਗਸਟਰ ਆ ਅਸੀਂ ਅੰਦਰ ਕਰਤੇ। ਫਿਰ ਇਹ ਹੱਲ ਕੀ ਆ? ਫਿਰ ਨਹੀਂ, ਹੱਲ ਉਹਨਾਂ ਨੂੰ ਸਮਝਾਇਆ ਨਹੀਂ ਨਾ ਜਾ ਸਕਦਾ। ਕਾਉਂਸਲਿੰਗ ਨਹੀਂ ਕੀਤੀ ਜਾਂਦੀ, ਪ੍ਰੋਪਰ ਕਾਉਂਸਲਿੰਗ ਕੀਤੀ ਜਾਵੇ, ਉਹਨੂੰ ਪਤਾ ਦੱਸਿਆ ਜਾਵੇ ਤੇਰਾ ਫਿਊਚਰ ਕੀ ਆ। ਜਿੰਨਾ ਚਿਰ ਤੱਕ ਕਿਸੇ ਨੂੰ ਆਪਣੇ ਫਿਊਚਰ ਬਾਰੇ ਨਹੀਂ ਦੱਸਿਆ ਜਾਂਦਾ, ਉਹਦਾ ਟਾਰਗੇਟ ਨਹੀਂ ਫਿਕਸ ਕੀਤਾ ਜਾਂਦਾ, ਉਹ ਤਾਂ ਫਿਕਸ ਕਰਵਾਇਆ ਨਹੀਂ ਜਾਂਦਾ, ਉਹਨੇ ਚਿਰ ਤੱਕ ਕੋਈ ਮਸਲੇ ਦਾ ਹੱਲ ਨਹੀਂ ਹੈ। ਮਸਲੇ ਦਾ ਹੱਲ ਤਾਂ ਹੀ ਹੈ ਜੇ ਉਹਨਾਂ ਨੂੰ ਜਿਹੜਾ ਹੈ ਉਹ ਗਾਈਡ ਕੀਤਾ ਜਾਵੇ, ਉਹਨਾਂ ਨੂੰ ਜਿਹੜੀ ਬੁਰਾਈ, ਉਹਨੂੰ ਬੁਰਾਈ ਨੂੰ ਕੱਢਿਆ ਜਾਵੇ। ਬੁਰਾਈ ਜਿੰਨਾ ਚਿਰ ਨਹੀਂ ਨਿਕਲਦੀ, ਕੋਈ ਨਵਾਂ ਉਹਦਾ ਹੱਲ ਕੋਈ ਨਹੀਂ ਹੋ ਸਕਦਾ ਗਾ। ਬੁਰਾਈ ਖਤਮ ਕਰਨਾ ਜਿਹੜਾ ਹੈ ਉਹ ਮਸਲੇ ਦਾ ਹੱਲ ਹੈ। ਉਹ ਗੋਲੀ ਨਾਲ ਨਹੀਂ ਹੋ ਸਕਦੀ, ਉਹ ਪਿਆਰ ਨਾਲ ਹੋ ਸਕਦੀ ਆ, ਕਾਉਂਸਲਿੰਗ ਨਾਲ ਹੋ ਸਕਦੀ ਆ। ਔਰ ਇੱਕ ਨਹੀਂ, ਅੱਜ ਕੋਈ ਜੈਪਾਲ ਚਲਾ ਗਿਆ ਸੰਸਾਰ ਤੋਂ, ਉਹ ਨਵੇਂ ਪੈਦਾ ਹੋ ਜਾਣਗੇ। ਤਾਂ ਇਹਨੂੰ ਰੋਕਣ ਦੇ ਲਈ ਇੱਕੋ ਹੀ ਹੈ ਕਿ ਕਾਉਂਸਲਿੰਗ ਕੀਤੀ ਜਾਵੇ, ਔਰ ਸੈਕੰਡ ਇਹ ਹੈ ਕਿ ਸ਼ੋਰਟੀ ਹੋਣੀ ਚਾਹੀਦੀ ਹੈ ਵੀ ਕਮ ਸੇ ਕਮ ਜਿਹੜਾ ਹੈ ਉਹਨੂੰ ਸਰਵਿਸ ਤਾਂ ਮਿਲੇ, ਰੁਜ਼ਗਾਰ ਤਾਂ ਮਿਲਣਾ ਚਾਹੀਦਾ। ਗਵਰਨਮੈਂਟ ਸੋਰਸ ਕ੍ਰੀਏਟ ਕਰੇ। ਉਹਨੂੰ ਰੁਜ਼ਗਾਰ ਨਹੀਂ ਜਦੋਂ ਮਿਲਦੇ ਤਾਂ ਡਿਗਰੀ ਹੋਲਡਰ ਜਿਹੜੇ ਫਿਰਦੇ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦੇ, ਤਾਂ ਹੀ ਉਹ ਇਹਨਾਂ ਰਾਹਾਂ 'ਤੇ ਪੈਂਦੇ ਆ। ਰੁਜ਼ਗਾਰ ਨਹੀਂ ਮਿਲਦੇ, ਔਰ ਸਹੀ ਸਿਹਤ ਵੀ ਨਹੀਂ ਮਿਲਦੀ। ਗਵਰਨਮੈਂਟ ਦਾ ਕੋਈ ਅੱਛਾ ਇੰਸਟੀਟਿਊਟ ਨਹੀਂ ਹੈਗਾ ਜਿਸ ਸਿਹਤ ਦੇਵੇ। ITI 'ਚ ਤੁਸੀਂ ਟ੍ਰੇਨਿੰਗ ਦੇ ਰਹੋ, BTech ਕਰਾ ਲਓ, B.Ed ਕਰਾ ਲਓ। ਯੂਨੀਵਰਸਿਟੀਆਂ ਜਿਹੜੀਆਂ ਬਣੀਆਂ ਹੋਈਆਂ ਨੇ, ਚਾਹੇ ਕੋਈ ਯੂਨੀਵਰਸਿਟੀ ਹੈ, ਸਰਕਾਰੀ ਯੂਨੀਵਰਸਿਟੀਆਂ ਨੇ, ਉਹਨਾਂ ਦਾ ਵਿਦਿਅਕ ਢਾਂਚਾ ਜਿਸ ਤਰੀਕੇ ਨਾਲ ਅਸੀਂ, ਪਹਿਲਾ ਸਵਾਲ ਸੀ ਸਾਡਾ ਵਿਦਿਅਕ ਢਾਂਚੇ ਤੋਂ ਆਪਾਂ ਗੱਲ ਸ਼ੁਰੂ ਕੀਤੀ ਸੀ ਵੀ ਉਹਨੂੰ ਸੁਧਾਰਨ ਦੀ ਲੋੜ ਆ, ਫੇਰ ਹੀ ਇਹ ਜਿਹੜੇ ਬੱਚੇ ਆ ਅਵੇਅਰ ਹੋਣਗੇ। ਨਹੀਂ, ਉਹ ਕਹਿੰਦੇ ਸਾਡੇ ਕੋਲ ਫੰਡ ਹੀ ਨਹੀਂ ਹੈ। ਯੂਨੀਵਰਸਿਟੀਆਂ ਵਿੱਚ, ਕਾਲਜ ਵਿੱਚ ਕੋਈ ਫੰਡ ਹੀ ਨਹੀਂ ਹੈਗੇ। ਸਪੈਸ਼ਲ ਸਾਡੇ ਕੋਲ NSS ਸ਼ੁਰੂ ਕੀਤੀ ਸੀਗੀ, NS ਜਿਹੜੀ ਖਤਮ ਹੋ ਚੁੱਕੀ ਆ, ਔਰ ਉਹਨਾਂ ਦਾ ਜਿਹੜਾ ਟਾਰਗੇਟ ਸੀਗਾ ਕਿ ਉਹਨਾਂ ਦੇ ਉਹ ਖਤਮ ਕਰਕੇ ਇੱਕ ਉਹਨਾਂ ਨੂੰ ਸਕੂਲ 'ਚ ਬਿਠਾ ਦਿੱਤਾ, ਕਾਲਜ 'ਚ ਬਿਠਾ ਦਿੱਤਾ, ਅੰਦਰ ਤੁਸੀਂ ਥੋੜ੍ਹਾ ਬਹੁਤ ਕੰਮ ਕਰੋ, ਖਤਮ ਕਰ ਦਿੱਤਾ। ਗਵਰਨਮੈਂਟ ਨੇ ਜੋ NSS ਬਣਾਇਆ ਸੀਗਾ ਉਹ ਸੁਧਾਰ ਲਈ ਸੀਗਾ, ਔਰ ਇਹ ਰੂਟ ਸੀਗਾ ਆਦਮੀ ਦੀ, ਬੱਚੇ ਨੂੰ ਸੁਧਾਰ ਕੇ ਕਿਵੇਂ ਅੱਛੇ ਕੰਮ 'ਤੇ ਲਾਉਣਾ, ਉਹਨੂੰ ਸ਼ਰਮ ਖਤਮ ਕਰਨੀ। ਪਰ ਉਸ ਜਿਹੜਾ ਸਕਸੈਸਫੁਲ ਨਹੀਂ ਹੋ ਸਕਿਆ। ਉਹ ਇਸ ਕਰਕੇ ਨਹੀਂ ਹੋ ਸਕਿਆ ਕਿ ਸਾਮੀਆਂ ਕ੍ਰੀਏਟ ਨਹੀਂ ਕੀਤੀਆਂ ਗਈਆਂ, ਫੰਡਿੰਗ ਕੋਈ ਹੈ ਨਹੀਂ ਗੀ। ਔਰ ਯੂਨੀਵਰਸਿਟੀ ਵਿੱਚ ਵੀ ਸੈਮੀਨਾਰ ਵਗੈਰਾ ਜਿਹੜੇ ਆ ਉਹ ਸਿਰਫ ਇੱਕ ਪ੍ਰੈਸ ਦੇ ਅੱਗੇ ਲਿਆਉਣ ਲਈ ਕੀਤੇ ਜਾਂਦੇ ਆ। ਅਸਲੀ ਜਿਹੜਾ ਉਹਦਾ ਮੰਤਵ ਆ ਉਹ ਜਿਹੜਾ ਉਹ ਉੱਥੇ ਦਾ ਉੱਥੇ ਟਿਕਿਆ ਰਹਿ ਰਿਹਾ। ਬਹੁਤ ਬਹੁਤ ਧੰਨਵਾਦ ਜੀ। ਥੈਂਕਸ ਟੂ। ਅਸੀਂ ਕਿ ਸੀਨੀਅਰ ਪੱਤਰਕਾਰ ਜਸਮਿੰਦਰ ਸਿੰਘ ਸੰਧੂ ਜੀ, ਜਿਨ੍ਹਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਹੈ। ਜੈਪਾਲ ਦੇ ਗੁਆਂਢੀ ਵੀ ਨੇ। ਇਹਨਾਂ ਦਾ ਕਹਿਣਾ ਕਿ ਬੜੇ ਮਿਲਾਪੜੇ ਸੁਭਾਅ ਦਾ ਸੀ ਉਹ ਨੌਜਵਾਨ ਜਦੋਂ ਛੋਟਾ ਹੁੰਦਾ ਸੀ। ਬਾਅਦ ਦੇ ਵਿੱਚ ਜਦੋਂ ਫਿਰੋਜ਼ਪੁਰ ਤੋਂ ਬਾਹਰ ਚਲਾ ਗਿਆ, ਉਸ ਤੋਂ ਬਾਅਦ ਜੋ ਹੈ ਅਜਿਹੀਆਂ ਖਬਰਾਂ ਬਾਹਰ ਨਿਕਲ ਕੇ ਆਈਆਂ ਕਿ ਗੈਂਗਸਟਰਾਂ ਦੇ ਨਾਲ ਸੰਬੰਧ ਨੇ ਜਾਂ ਗੈਂਗਵਾਰ ਜਿਹੜੇ ਆ ਹੁੰਦੇ ਆ, ਉਹਦੇ ਵਿੱਚ ਜੈਪਾਲ ਦਾ ਨਾਂ ਹੁੰਦਾ ਹੈ। ਵੱਡੇ ਵੱਡੇ ਕੇਸਾਂ ਦੇ ਵਿੱਚ ਜੈਪਾਲ ਦਾ ਨਾਂ ਬੋਲਿਆ, ਪਰ ਸ਼ਹਿਰ ਦੇ ਵਿੱਚ ਕੋਈ ਇੱਦਾਂ ਦੀ ਗੱਲ ਨਹੀਂ ਸੀ। ਇਹਨਾਂ ਦਾ ਕਹਿਣਾ ਤੇ ਬੱਚੇ ਜਿਹੜੇ ਇਹਨਾਂ ਰਾਹਾਂ 'ਤੇ ਪੈ ਰਹੇ ਆ ਉਹਦੇ ਲਈ ਸਿਰਫ ਔਰ ਸਿਰਫ ਜੋ ਹੈ ਸਾਡੀਆਂ ਸਰਕਾਰਾਂ, ਸਾਡਾ ਪ੍ਰਸ਼ਾਸਨ ਜ਼ਿੰਮੇਵਾਰ ਆ, ਕਿਉਂਕਿ ਹਰ ਇੱਕ ਮਸਲੇ ਦਾ ਹੱਲ ਜੋ ਹੈ ਗੋਲੀ ਨਹੀਂ ਹੁੰਦੀ। ਸੋ ਉਹਨਾਂ ਜੋ ਗੈਂਗਸਟਰ ਨੇ ਉਹਨਾਂ ਦੀ ਕਾਉਂਸਲਿੰਗ ਕਰਨ ਦੀ ਲੋੜ ਆ, ਉਹਨਾਂ ਨੂੰ ਸਿੱਧੇ ਰਾਹ
ਪਾਉਣ ਦੀ ਲੋੜ ਆ, ਇਹ ਇਹਨਾਂ ਦਾ ਕਹਿਣਾ ਆ। ਕੈਮਰਾਮੈਨ ਸ਼ਮਸ਼ੀਰ ਦੇ ਨਾਲ ਮੈਂ ਸਿਮਰਨਜੀਤ ਸਿੰਘ, ਪ੍ਰੋ ਪੰਜਾਬ ਟੀਵੀ, ਫਿਰੋਜ਼ਪੁਰ।